ਕਿ ਸਾਹਿਬ ਜੀ ਨੂੰ, ਵਾਹਿਗੁਰੂ ਜੀ ਨੂੰ ਸਤ ਚਿਤ ਆਨੰਦ ਵੀ ਕਿਹਾ ਜਾਂਦਾ ਹੈ। ਆਪਾਂ ਕੱਲ ਵੀ ਸਰਵਣ ਕੀਤਾ ਸੀ ਕਿ ਆਪਾਂ ਸਾਰੇ ਉਸ ਆਨੰਦ ਦੀ ਖੋਜ ਦੇ ਵਿੱਚ ਹਾਂ, ਉਸ ਆਨੰਦ ਨੂੰ ਪਾਉਣਾ ਚਾਹੁੰਦੇ ਹਾਂ। ਇਹ ਵੀ ਸੁਣਿਆ ਕਿ ਆਨੰਦ ਹੈ ਕੀ? ਆਨੰਦ ਹੈ ਓੰਕਾਰ, ਉਹਦਾ ਨਾਮ ਹੀ ਆਨੰਦ ਹੈ। ਆਨੰਦ ਉਹਦੇ ਵਿੱਚ ਨਹੀਂ ਰਹਿੰਦਾ, ਅਸਲ ਵਿੱਚ ਉਹੀ ਆਨੰਦ ਸਰੂਪ ਹੈ। ਆਨੰਦ ਕਿਤੋਂ ਬਾਹਰੋਂ ਨਹੀਂ ਆਇਆ, ਜਾਂ ਉਹਨੇ ਬਾਹਰੋਂ ਕਿਤੋਂ ਆਨੰਦ ਨਹੀਂ ਲਿਆ। ਰਿਐਲਿਟੀ ਜਿਹੜੀ ਹੈ, ਜਿਹੜੀ ਅਸਲੀਅਤ ਹੈ, ਉਹ ਹੈ ਕਿ ਪਰਮੇਸ਼ਰ ਹੀ ਆਨੰਦ ਹੈ। ਉਹਦੇ ਵਿੱਚੋਂ ਆਨੰਦ ਦੇ ਝਰਨੇ ਫੁੱਟਦੇ ਹਨ। ਉਹਦੇ ਵਿੱਚੋਂ ਜੇ ਸਾਨੂੰ ਕਿਤੇ ਨਾ ਕਿਤੇ ਸੁੱਖ ਮਿਲਦਾ ਏ, ਜੇ ਆਨੰਦ ਮਿਲਦਾ ਏ, ਤੇ ਪਰਮੇਸ਼ਰ ਦੇ ਘਰ ਵਿੱਚੋਂ ਜਿਹੜੇ ਆਨੰਦ ਦੇ ਝਰਨੇ, ਜਿਹੜੀਆਂ ਕਿਰਨਾਂ ਉੱਥੋਂ ਆ ਰਹੀਆਂ ਹਨ ਆਨੰਦ ਦੀਆਂ, ਉਹ ਸਾਨੂੰ ਮਿਲਦੀਆਂ ਹਨ, ਸਾਡੇ ਤੱਕ ਪਹੁੰਚਦੀਆਂ ਹਨ। ਜਿਸ ਤਰ੍ਹਾਂ ਸੂਰਜ ਤੇ ਇੱਕੋ ਹੀ ਹੈ ਨਾ, ਉਹਦੀਆਂ ਕਿਰਨਾਂ ਜਿਹੜੀਆਂ ਹਨ ਸੂਰਜ ਦੀਆਂ, ਉਹ ਸਾਰੇ ਸੰਸਾਰ ਦੇ ਵਿੱਚ ਫੈਲਦੀਆਂ ਹਨ। ਸੂਰਜ ਇੱਕ ਹੈ, ਉਹਦੀਆਂ ਕਿਰਨਾਂ ਸਾਰੇ ਪਿੰਡ ਵਿੱਚ ਫੈਲਦੀਆਂ ਹਨ, ਸਾਰੇ ਪਿੰਡ ਵਿੱਚ ਘਰ ਘਰ ਫੈਲਦੀਆਂ ਹਨ ਸੂਰਜ ਦੀਆਂ ਕਿਰਨਾਂ। ਇਸੇ ਤਰ੍ਹਾਂ ਪਰਮੇਸ਼ਰ ਜੋ ਆਨੰਦ ਸਰੂਪ ਹੈ ਤੇ ਉਹ ਇੱਕ ਹੈ, ਤੇ ਉਹਦੀਆਂ ਕਿਰਨਾਂ, ਆਨੰਦ ਦੀਆਂ, ਸੁੱਖ ਦੀਆਂ ਕਿਰਨਾਂ ਸਾਡੇ ਤੱਕ ਆਉਂਦੀਆਂ ਹਨ। ਆਪਾਂ ਇਹ ਨਹੀਂ ਕਹਿ ਸਕਦੇ ਕਿ ਪਰਮੇਸ਼ਰ ਦੇ ਵਿੱਚ ਆਨੰਦ ਹੈ, ਉਹਦੇ ਵਿੱਚ ਸੁੱਖ ਹੈ। ਇਹ ਕਹਿਣਾ, ਇਹ ਬਿਆਨਬਾਜ਼ੀ ਕਰਨੀ, ਇਹ 100% ਗਲਤ ਹੈ ਕਿ ਪਰਮੇਸ਼ਰ ਦੇ ਵਿੱਚ ਆਨੰਦ ਹੈ। ਨਹੀਂ, ਪਰਮੇਸ਼ਰ ਦੇ ਵਿੱਚ ਆਨੰਦ ਨਹੀਂ। ਅਸਲੀਅਤ ਦੇ ਵਿੱਚ ਪਰਮੇਸ਼ਰ ਹੀ ਆਨੰਦ ਸਰੂਪ ਹੈ। ਜੇ ਆਪਾਂ ਇਹ ਆਖੀਏ ਕਿ ਪਰਮੇਸ਼ਰ ਦੇ ਵਿੱਚ ਆਨੰਦ ਹੈ, ਇਸ ਤੋਂ ਇਹ ਸਿੱਧ ਹੈ ਕਿ ਆਨੰਦ ਕਿਤੇ ਬਾਹਰੋਂ ਆਇਆ ਹੈ, ਜਾਂ ਪਰਮੇਸ਼ਰ ਨੇ ਆਨੰਦ ਕਿਤੋਂ ਬਾਹਰੋਂ ਖਰੀਦਿਆ ਹੈ, ਬਾਹਰੋਂ ਲਿਆ ਹੈ। ਇਸ ਲਈ ਇਹ ਕਹਿਣਾ ਗਲਤ ਹੈ, ਕਿਉਂਕਿ ਪਰਮੇਸ਼ਰ ਹੀ ਆਨੰਦ ਸਰੂਪ ਹੈ। ਜਿਸ ਤਰ੍ਹਾਂ ਆਪਾਂ ਇਹ ਸਮਝੀਏ ਕਿ ਵੇਖੋ ਜਿਹੜਾ ਸਮੁੰਦਰ ਹੈ, ਹੁਣ ਆਪਾਂ ਜੇ ਆਖੀਏ ਕਿ ਸਮੁੰਦਰ ਦੇ ਵਿੱਚ ਪਾਣੀ ਹੈ, ਇਹ ਵੀ ਗੱਲ ਗਲਤ ਹੈ। ਇਹਦੇ ਵਿੱਚ ਦੋਸ਼ ਆ ਜਾਂਦਾ ਹੈ। ਅਸਲ ਵਿੱਚ ਜਿੱਥੇ ਬਹੁਤ ਜ਼ਿਆਦਾ ਪਾਣੀ ਹੈ, ਜਿੱਥੇ ਪਾਣੀ ਦੀ ਹੱਦ ਹੀ ਨਹੀਂ ਮੁੱਕਦੀ, ਜਿੱਥੇ ਪਾਣੀ ਦੀ ਡੂੰਘਾਈ ਬਹੁਤ ਜ਼ਿਆਦੀ ਹੈ, ਕੋਈ ਮਾਪ ਹੀ ਨਹੀਂ ਸਕਦਾ। ਸਮੁੰਦਰ ਨੂੰ ਕੋਈ ਮੇੜ ਹੀ ਨਹੀਂ ਸਕਦਾ ਕਿ ਕਿੱਡਾ ਵੱਡਾ ਹੈ ਸਮੁੰਦਰ। ਜਿੱਥੇ ਆਪਾਂ ਬੈਠੇ ਹਾਂ, ਇਹ ਸਾਰੀ ਧਰਤੀ ਸਮੁੰਦਰ ਹੀ ਹੈ, ਆਪਾਂ ਵੀ ਸਮੁੰਦਰ ਦਾ ਹੀ ਇੱਕ ਹਿੱਸਾ। ਇਸ ਲਈ ਸਾਰਾ ਇਹ ਜਿਹੜਾ ਬ੍ਰਹਿਮੰਡ ਹੈ, ਜਿੱਥੇ ਆਪਾਂ ਬੈਠੇ ਹਾਂ ਧਰਤੀ ਤੇ, ਇਹ ਸਾਰਾ ਸਮੁੰਦਰ ਹੀ ਹੈ, ਸਾਰਾ ਕੁਝ ਸਾਗਰ ਹੈ, ਸਾਰਾ ਕੁਝ। ਇਸ ਲਈ ਇਹ ਕਹਿਣਾ ਗਲਤ ਹੈ ਕਿ ਸਮੁੰਦਰ ਦੇ ਵਿੱਚ ਪਾਣੀ ਹੈ। ਨਹੀਂ, ਇਸ ਤਰ੍ਹਾਂ ਨਹੀਂ। ਅਸਲ ਵਿੱਚ ਜਿੱਥੇ ਬਹੁਤ ਜ਼ਿਆਦਾ ਪਾਣੀ ਹੈ, ਉਹਨੂੰ ਆਖਿਆ ਜਾਂਦਾ ਹੈ ਸਮੁੰਦਰ। ਸਮੁੰਦਰ ਹੈ ਬਹੁਤ ਜ਼ਿਆਦਾ, ਜਿੱਥੇ ਪਾਣੀ ਹੈ। ਇਸ ਲਈ ਪਰਮੇਸ਼ਰ ਜਿਹੜਾ ਹੈ ਨਾ, ਪਰਮੇਸ਼ਰ ਵੀ ਆਨੰਦ ਸਰੂਪ ਹੈ। ਜਿਸ ਤਰ੍ਹਾਂ ਬਹੁਤ ਜ਼ਿਆਦਾ ਪਾਣੀ ਨੂੰ ਆਪਾਂ ਸਮੁੰਦਰ ਕਹਿ ਦਿੰਦੇ ਹਾਂ, ਇਸੇ ਤਰ੍ਹਾਂ ਪਰਮੇਸ਼ਰ ਵੀ ਆਨੰਦ ਹੀ ਸਰੂਪ ਹੈ। ਪਰਮੇਸ਼ਰ ਦੇ ਆਨੰਦ ਕਿਤੋਂ ਬਾਹਰੋਂ ਨਹੀਂ ਲਿਆ। ਜਿਸ ਤਰ੍ਹਾਂ ਹੋਰ ਵੀ ਸਮਝੀਏ, ਉਦਾਹਰਨ ਦੇ ਤੌਰ ਤੇ ਵੇਖੋ, ਆਪਾਂ ਖੁਸ਼ੀ ਦੇ ਮੌਕੇ ਤੇ ਜਾਂ ਉਂਝ ਵੀ ਮੱਸਿਆ ਜਾਂ ਸੰਗਰਾਂਦਾਂ ਦੇ ਉੱਪਰ ਗੁਰਦੁਆਰਿਆਂ ਵਿੱਚ, ਗੁਰੂ ਘਰਾਂ ਵਿੱਚ
ਆਮ ਤੌਰ 'ਤੇ ਲੋਕੀ ਆਪਣੇ ਘਰਾਂ ਦੇ ਵਿੱਚ ਵੀ ਹਲਵਾਈ ਵੱਲੋਂ ਜਲੇਬੀਆਂ ਕਢਾਈਆਂ ਜਾਂਦੀਆਂ ਹਨ। ਹਲਵਾਈ ਪਹਿਲਾਂ ਕੀ ਕਰਦਾ ਹੈ, ਮੈਦਾ ਘੋਲਦਾ ਏ, ਉਹਦੀ ਜਲੇਬੀ ਤਿਆਰ ਕਰਦਾ ਹੈ, ਉਹਦੀ ਜਲੇਬੀ। ਤੇ ਜਦੋਂ ਜਲੇਬੀ ਤਿਆਰ ਹੁੰਦੀ ਹੈ ਉਹਨੂੰ ਤਲਿਆ ਜਾਂਦਾ ਏ। ਫਿਰ ਜਲੇਬੀ ਜਿਹੜੀ ਤਲੀ ਗਈ ਹੈ, ਜਿਹੜੀ ਮੈਦੇ ਤੋਂ ਬਣੀ ਹੈ, ਉਹਨੂੰ ਫਿਰ ਰਸ ਦੇ ਵਿੱਚ ਡੁਬੋਇਆ ਜਾਂਦਾ ਹੈ, ਚਾਣੀ ਦੇ ਵਿੱਚ। ਜਦੋਂ ਜਲੇਬੀ ਨੂੰ ਰਸ ਦੇ ਵਿੱਚ ਡੁਬੋਇਆ ਜਾਂਦਾ ਹੈ ਨਾ, ਉਦੋਂ ਜਲੇਬੀ ਰਸ ਭਰੀ ਹੋ ਜਾਂਦੀ ਹੈ, ਉਦੋਂ ਉਹਦੇ ਵਿੱਚ ਰਸ ਆ ਜਾਂਦਾ। ਪਹਿਲਾਂ ਉਹ ਤੇ ਇੱਕ ਠੋਸ ਚੀਜ਼ ਸੀ, ਸੁੱਕੀ ਸੀ ਜਲੇਬੀ, ਉਹਦੇ ਵਿੱਚ ਕੋਈ ਰਸ ਨਹੀਂ ਸੀ। ਜਦੋਂ ਆਪਾਂ ਉਹਨੂੰ ਚਾਣੀ ਵਿੱਚ ਜਾਂ ਕਿਸੇ ਗੁੜ ਦੇ ਰਸ ਵਿੱਚ ਡੋਬਿਆ, ਫਿਰ ਉਹ ਜਲੇਬੀ ਜਿਹੜੀ ਹੈ ਇੱਕਦਮ ਮਿੱਠੀ ਹੋ ਗਈ, ਇੱਕਦਮ ਮਿੱਠੀ। ਇਸੇ ਤਰ੍ਹਾਂ ਜਲੇਬੀ ਜਿਹੜੀ ਹੈ ਉਹ ਪਹਿਲਾਂ ਸੁੱਕੀ ਸੀ ਤੇ ਰਸ ਉਹਦੇ ਵਿੱਚ ਬਾਅਦ ਵਿੱਚ ਆਇਆ ਹੈ। ਪਰ ਪਰਮੇਸ਼ਰ ਦੇ ਵਿੱਚ ਇਹ ਗੁਣ ਨਹੀਂ। ਪਰਮੇਸ਼ਰ ਦੇ ਵਿੱਚ ਪਹਿਲਾਂ ਹੀ ਆਨੰਦ ਸੀ, ਪਹਿਲਾਂ ਹੀ ਆਨੰਦ ਕਿਤੋਂ ਬਾਹਰੋਂ ਨਹੀਂ ਆਇਆ, ਉਹਦੇ ਵਿੱਚ ਹੀ ਆਨੰਦ ਸੀ। ਇਹਦੇ ਵਿੱਚ ਦੋਸ਼ ਆ ਜਾਂਦਾ ਏ ਜੇ ਆਪਾਂ ਆਖੀਏ ਕਿ ਭਾਈ ਸੰਸਾਰ ਦੇ ਵਿੱਚ ਸੁੱਖ ਥੋੜ੍ਹਾ ਏ। ਸੁੱਖ ਤੇ ਪਰਮੇਸ਼ਰ ਦੇ ਵਿੱਚ ਹੈ। ਨਹੀਂ, ਪਰਮੇਸ਼ਰ ਹੀ ਸੁੱਖ ਸਰੂਪ ਹੈ, ਪਰਮੇਸ਼ਰ ਆਨੰਦ ਹੀ ਸਰੂਪ ਹੈ। ਜਿਸ ਤਰ੍ਹਾਂ ਹਲਵਾਈ ਉਹ ਰਸਗੁੱਲਾ ਨਹੀਂ ਤਿਆਰ ਕਰਦਾ, ਰਸਗੁੱਲਾ ਪਹਿਲਾਂ ਉਹ ਗੁੱਲਾ ਹੀ ਹੁੰਦਾ ਹੈ, ਪਰ ਜਦੋਂ ਉਹਨੂੰ ਰਸ ਦੇ ਵਿੱਚ ਡੁਬੋਇਆ ਜਾਂਦਾ ਹੈ, ਬਾਅਦ ਵਿੱਚ ਬਣਦਾ ਹੈ ਰਸਗੁੱਲਾ। ਇਹਦੇ ਵਿੱਚ ਦੋ ਚੀਜ਼ਾਂ ਆ ਗਈਆਂ, ਇੱਕ ਰਸ, ਇੱਕ ਗੁੱਲਾ। ਤੇ ਜਦੋਂ ਉਹਦੇ ਵਿੱਚ ਰਸ ਨਹੀਂ ਸੀ, ਉਦੋਂ ਕੱਲਾ ਉਹ ਗੁੱਲਾ ਸੀ, ਮੈਦੇ ਤੋਂ ਬਣਿਆ, ਕੋਈ ਆਟੇ ਤੋਂ ਬਣਾਉਂਦਾ ਏ। ਇਸ ਲਈ ਜਦੋਂ ਉਹਨੂੰ ਚਾਣੀ ਵਿੱਚ ਰਸ ਵਿੱਚ ਡੁਬੋਇਆ ਗਿਆ, ਫਿਰ ਉਹਦੇ ਵਿੱਚ ਰਸ ਆ ਗਿਆ, ਫਿਰ ਉਹਦਾ ਨਾਮ ਬਣਿਆ ਹੈ ਰਸਗੁੱਲਾ। ਆਪਾਂ ਖਾਂਦੇ ਹਾਂ, ਆਖਦੇ ਹਾਂ ਬਹੁਤ ਜ਼ਿਆਦਾ ਮਿੱਠਾ ਹੈ। ਦੋ ਚੀਜ਼ਾਂ ਆ ਗਈਆਂ, ਪਰ ਪਰਮੇਸ਼ਰ ਦੇ ਵਿੱਚ ਇੱਕੋ ਹੀ ਚੀਜ਼ ਹੈ, ਇੱਕ ਹੀ ਹੈ ਪਰਮੇਸ਼ਰ। ਉਹਦੇ ਵਿੱਚ ਆਨੰਦ ਹੈ, ਕਿਤੋਂ ਬਾਹਰੋਂ ਨਹੀਂ ਆਇਆ, ਆਨੰਦ ਉਹਦੇ ਵਿੱਚ ਹੀ ਹੈ। ਤੇ ਆਪਾਂ ਸਾਰੇ ਉਹਨੂੰ ਪਾਉਣਾ ਚਾਹੁੰਦੇ ਹਾਂ, ਸਾਰੇ ਆਨੰਦ ਨੂੰ ਪਾਉਣਾ ਚਾਹੁੰਦੇ ਹਾਂ। ਤੇ ਸਾਨੂੰ ਆਨੰਦ ਤਾਂ ਹੀ ਮਿਲੇਗਾ, ਸਾਨੂੰ ਪੂਰਨ ਸੁੱਖ ਤਾਂ ਹੀ ਮਿਲੇਗਾ ਜੇ ਸਾਨੂੰ ਉਸ ਪਰਿਪੂਰਨ ਪਰਮੇਸ਼ਰ ਦਾ ਗਿਆਨ ਹੋ ਜਾਵੇ। ਬਹੁਤੇ ਲੋਕ ਆਪਣੇ ਦੇਸ਼ ਵਿੱਚ ਪਤਾ ਕੀ ਆਖਦੇ ਹਨ, ਬਹੁਤੇ ਲੋਕ ਅੱਜ ਦੀ ਗਿਣਤੀ ਦੇ ਵਿੱਚ ਬਹੁਤੇ ਲੋਕ ਆਖਦੇ ਹਨ, ਅਸੀਂ ਪਰਮੇਸ਼ਰ ਨੂੰ ਨਹੀਂ ਮੰਨਦੇ, ਪਰਮੇਸ਼ਰ ਨੂੰ ਪੂਜਦੇ ਨਹੀਂ, ਨਾ ਅਸੀਂ ਪਰਮੇਸ਼ਰ ਨੂੰ ਮੰਨਦੇ ਹਾਂ। ਇਹਨੂੰ ਆਖਿਆ ਜਾਂਦਾ ਨਾਸਤਿਕ, ਜਿਹੜਾ ਆਖਦਾ ਮੈਂ ਪਰਮੇਸ਼ਰ ਨੂੰ ਨਹੀਂ ਪੂਜਦਾ। ਪਰ ਅਸਲੀਅਤ ਦੇ ਵਿੱਚ ਕੋਈ ਨਾਸਤਿਕ ਹੈ ਹੀ ਨਹੀਂ, ਕੋਈ ਨਾਸਤਿਕ ਨਹੀਂ ਹੈ। ਜੇ ਆਪਾਂ ਉਹਨੂੰ ਪੁੱਛੀਏ ਤੂੰ ਪਰਮੇਸ਼ਰ ਨੂੰ ਮੰਨਦਾ ਹੈ, ਉਹਨੇ ਆਖਣਾ ਨਹੀਂ, ਮੈਂ ਪਰਮੇਸ਼ਰ ਨੂੰ, ਮੈਂ ਰੱਬ ਨੂੰ ਨਹੀਂ ਮੰਨਦਾ। ਫਿਰ ਤੂੰ ਇਹ ਦੱਸ, ਤੂੰ ਆਨੰਦ ਪਾਉਣਾ ਚਾਹੁੰਦਾ ਹੈ, ਤੈਨੂੰ ਸੁੱਖ ਚਾਹੀਦਾ ਹੈ? ਫਿਰ ਉਹਨੇ ਆਖਣਾ ਹਾਂ, ਮੈਨੂੰ ਸੁੱਖ ਚਾਹੀਦਾ ਹੈ, ਮੈਨੂੰ ਆਨੰਦ ਚਾਹੀਦਾ ਹੈ। ਤੇ ਉਹਨੂੰ ਫਿਰ ਸਮਝਾਵੇ ਕੌਣ ਕਿ ਜੋ ਚੀਜ਼ ਤੈਨੂੰ ਚਾਹੀਦੀ ਹੈ, ਜਿਹਨੂੰ ਤੂੰ ਲੱਭਦਾ ਫਿਰਦਾ ਹੈ, ਉਹੀ ਤੇ ਪਰਮੇਸ਼ਰ ਹੈ, ਆਨੰਦ ਸਰੂਪ। ਇੱਕ ਪਾਸੇ ਤੂੰ ਕਹਿੰਦਾ ਹੈ ਮੈਂ ਪਰਮੇਸ਼ਰ ਨੂੰ ਮੰਨਦਾ ਨਹੀਂ, ਦੂਜੇ ਪਾਸੇ ਤੂੰ ਕਹਿੰਦਾ ਮੈਂ ਆਨੰਦ ਪਾਉਣਾ ਚਾਹੁੰਦਾ, ਤੇ ਪਰਮੇਸ਼ਰ ਤੇ ਆਨੰਦ ਸਰੂਪ ਹੈ। ਇਸ ਲਈ ਤੂੰ ਨਾਸਤਿਕ ਥੋੜ੍ਹਾ ਹੈ, ਤੂੰ ਆਸਤਿਕ ਹੈ। ਤੂੰ ਵੀ ਉਸ ਪਰਮੇਸ਼ਰ ਨੂੰ ਹੀ ਪਾਉਣਾ ਚਾਹੁੰਦਾ ਹੈ। ਫਰਕ ਇਤਨਾ ਹੈ ਕਿ ਤੈਨੂੰ ਉਸ ਪਰਮੇਸ਼ਰ ਦਾ ਕੋਈ ਗਿਆਨ ਨਹੀਂ, ਤੈਨੂੰ ਉਹਦਾ ਗਿਆਨ ਨਹੀਂ ਹੈ ਪਰਮੇਸ਼ਰ ਦਾ, ਕਿ ਉਹ ਆਨੰਦ ਸਰੂਪ ਹੈ। ਜਿਸ ਤਰ੍ਹਾਂ ਕੋਈ ਬੱਚਾ ਆਪਣੀ ਮਾਂ ਨੂੰ ਆਖੇ ਕਿ ਮਾਂ
ਮੈਂ ਤੇਰੇ ਘਰ ਵਾਲੇ ਨੂੰ ਨਹੀਂ ਮੰਨਦਾ, ਪਰ ਮੈਂ ਆਪਣੇ ਪਿਤਾ ਨੂੰ ਮੰਨਦਾ। ਹੁਣ ਮਾਂ ਉਹਨੂੰ ਆਖੇਗੀ ਕਿ ਤੇਰਾ ਦਿਮਾਗ ਸੈੱਟ ਹੈ? ਤੂੰ ਆਖਦਾ ਮੈਂ ਤੇਰੇ ਘਰ ਵਾਲੇ ਨੂੰ ਨਹੀਂ ਮੰਨਦਾ, ਮੈਂ ਆਪਣੇ ਪਿਤਾ ਨੂੰ ਮੰਨਦਾ। ਮਾਂ ਨੇ ਆਖਣਾ, ਪੁੱਤ ਜਿਹੜਾ ਤੇਰਾ ਪਿਤਾ ਏ ਉਹੀ ਤੇ ਮੇਰਾ ਘਰ ਵਾਲਾ ਏ, ਉਹੀ ਮੇਰਾ ਘਰ ਵਾਲਾ ਏ। ਤੇ ਤੂੰ ਆਖਦਾ ਮੈਂ ਆਪਣੇ ਪਿਓ ਨੂੰ ਮੰਨਦਾ, ਕਿਉਂਕਿ ਉਹ ਮੈਨੂੰ ਖਾਣ ਵਾਸਤੇ ਦਿੰਦਾ, ਪਰ ਮੈਂ ਤੇਰੇ ਘਰ ਵਾਲੇ ਨੂੰ ਨਹੀਂ ਮੰਨਦਾ। ਅਸਲ ਵਿੱਚ ਤੇਰਾ ਪਿਤਾ ਤੇ ਮੇਰਾ ਘਰ ਵਾਲੀ, ਮੇਰਾ ਘਰ ਵਾਲਾ, ਮੇਰਾ ਪਤੀ, ਇਹ ਦੋਵੇਂ ਇੱਕੋ ਹੀ ਹਨ। ਅਸਲ ਵਿੱਚ ਆਨੰਦ ਤੇ ਪਰਮੇਸ਼ਰ ਦੋ ਜਾਣੇ ਥੋੜ੍ਹਾ, ਆਨੰਦ ਤੇ ਪਰਮੇਸ਼ਰ ਇੱਕੋ ਹੀ ਹਨ। ਤੇ ਅਸੀਂ ਆਖਦੇ ਹਾਂ ਅਸੀਂ ਪਰਮੇਸ਼ਰ ਨੂੰ ਨਹੀਂ ਮੰਨਦੇ, ਅਸੀਂ ਉਹਦੀ ਪੂਜਾ ਨਹੀਂ ਕਰਦੇ, ਅਸੀਂ ਉਹਨੂੰ ਪਾਉਣਾ ਨਹੀਂ ਚਾਹੁੰਦੇ। ਪਾਉਣਾ ਤੇ ਚਾਹੁੰਦੇ ਹਾਂ ਅਸੀਂ ਉਹਨੂੰ, ਸਾਰੇ ਉਹਨੂੰ ਪਾਉਣਾ ਚਾਹੁੰਦੇ ਹਨ। ਸਾਰਿਆਂ ਦੀ ਦੌੜ ਆਨੰਦ ਵਾਲੀ ਹੈ, ਸਾਰੇ ਉਸ ਆਨੰਦ ਨੂੰ, ਉਸ ਸੁੱਖ ਨੂੰ ਪਾਉਣਾ ਚਾਹੁੰਦੇ ਹਨ, ਸਾਰੇ ਉਹਦੀ ਖੋਜ ਕਰਨਾ ਚਾਹੁੰਦੇ ਹਨ। ਫਰਕ ਇਤਨਾ ਪੈ ਗਿਆ ਕਿ ਅਸੀਂ ਉਹਦੇ ਨਾਲੋਂ ਵੱਖਰੇ ਜੋ ਹੋ ਗਏ। ਉਹਦੇ ਨਾਲੋਂ ਵੱਖਰੇ ਹੋ ਕੇ ਸਾਨੂੰ ਲੱਗਦਾ ਏ ਕਿ ਮੈਂ ਤੇ ਪਰਮੇਸ਼ਰ ਦੋ ਜਾਣੇ ਆ, ਮੈਂ ਉਹਦਾ ਹਿੱਸਾ ਨਹੀਂ। ਪਰ ਗੁਰਬਾਣੀ, ਗੁਰੂ ਜੀ ਆਖਦੀ ਹੈ ਕਿ ਨਹੀਂ, ਤੂੰ ਉਸ ਆਨੰਦ ਦਾ ਹੀ ਹਿੱਸਾ ਏ, ਤੂੰ ਉਹਦੇ ਵਿੱਚੋਂ ਨਿਕਲਿਆ, ਤਾਈਓ ਤੇ ਤੈਨੂੰ ਆਨੰਦ ਚਾਹੀਦਾ ਏ। ਤੂੰ ਉਸ ਸੁੱਖ ਦੇ ਵਿੱਚੋਂ ਹੀ ਨਿਕਲਿਆ ਏ, ਤਾਈਓ ਤੇ ਤੇਰੀ ਦੌੜ ਸੁੱਖ ਪਿੱਛੇ ਹੈ, ਆਨੰਦ ਪਿੱਛੇ ਹੈ। ਸੰਸਾਰ ਵਿੱਚ ਕੋਈ ਐਸਾ ਬੰਦਾ ਹੈ ਜਿਹੜਾ ਕਹੇ ਕਿ ਮੈਨੂੰ ਦੁੱਖ ਚਾਹੀਦਾ? ਸੰਸਾਰ ਵਿੱਚ ਐਸਾ ਕੋਈ ਵੀ ਨਹੀਂ ਜਿਹੜਾ ਆਖਦਾ ਮੈਨੂੰ ਦੁੱਖ ਚਾਹੀਦਾ। ਜਿਹੜਾ ਰੱਬ ਦੇ ਘਰ ਆ ਕੇ ਬੇਨਤੀ ਕਰਾਵੇ, ਸੱਚੇ ਪਾਤਸ਼ਾਹ ਮੈਨੂੰ ਦੁੱਖ ਦੇ, ਮੇਰਾ ਸਾਰਾ ਪਰਿਵਾਰ ਦੁਖੀ ਹੋਵੇ, ਕੋਈ ਐਸਾ ਆਖਦਾ ਹੈ? ਐਸਾ ਕੋਈ ਵੀ ਨਹੀਂ ਆਖਦਾ। ਸਾਰੇ ਆਖਦੇ ਹਨ ਵਾਹਿਗੁਰੂ ਜੀ, ਸਤਿਗੁਰੂ ਜੀਓ, ਮੈਨੂੰ ਸੁੱਖ ਮਿਲੇ, ਮੈਨੂੰ ਆਨੰਦ ਮਿਲੇ, ਮੇਰਾ ਆਉਣ ਵਾਲਾ ਸਮਾਂ ਸੁਖਦਾਈ, ਆਨੰਦਮਈ ਅਤੇ ਖੁਸ਼ੀਆਂ ਵਾਲਾ ਹੋਵੇ। ਸਾਰਿਆਂ ਦੀ ਦੌੜ ਸੁੱਖ ਪਿੱਛੇ ਹੀ ਹੈ। ਕਿਉਂਕਿ ਅਸੀਂ ਉਸ ਸੁੱਖ ਵਿੱਚੋਂ, ਉਸ ਸਤ ਚਿੱਤ ਆਨੰਦ ਵਿੱਚੋਂ ਨਿਕਲੇ ਹਾਂ, ਇਸ ਲਈ ਸਾਡੀ ਦੌੜ ਉਹਦੇ ਵੱਲ ਹੈ। ਪਰ ਇਹ ਨਹੀਂ ਪਤਾ ਕਿ ਆਨੰਦ ਹੈ ਕੌਣ, ਇਹ ਨਹੀਂ ਪਤਾ। ਤੇ ਗੁਰੂ ਇਹਦਾ ਸਾਨੂੰ ਗਿਆਨ ਦਿੰਦਾ ਹੈ। ਗੁਰੂ ਆਖਦਾ ਜਿਹਨੂੰ ਤੁਸੀਂ ਲੱਭਦੇ ਫਿਰਦੇ ਹੋ, ਜਿਹਨੂੰ ਤੁਸੀਂ ਪਾਉਣਾ ਚਾਹੁੰਦੇ ਹੋ, ਉਹ ਪਰਮੇਸ਼ਰ ਹੈ, ਤੇ ਤੁਸੀਂ ਆਨੰਦ ਲੱਭਦੇ ਹੋ ਸੰਸਾਰ ਵਿੱਚੋਂ। ਸੰਸਾਰ ਵਿੱਚ ਥੋੜ੍ਹਾ ਆਨੰਦ ਹੈ, ਸੰਸਾਰ ਵਿੱਚੋਂ ਤੁਹਾਨੂੰ ਆਨੰਦ ਨਹੀਂ ਮਿਲੇਗਾ, ਲੱਭੇਗਾ ਨਹੀਂ। ਆਨੰਦ ਤੁਹਾਨੂੰ, ਆਨੰਦ ਦੀ ਪ੍ਰਾਪਤੀ ਤਾਂ ਹੋਵੇਗੀ ਜਦੋਂ ਤੁਸੀਂ ਉਸ ਸਤ ਚਿੱਤ ਆਨੰਦ ਸਰੂਪ ਪਰਮਾਤਮਾ ਨੂੰ ਪਾ ਲਵੋਗੇ। ਅਸੀਂ ਉਹਦੇ ਨਾਲੋਂ ਵਿਛੜੇ ਹਾਂ। ਜਿਸ ਤਰ੍ਹਾਂ ਕੋਈ ਬੰਦਾ ਜ਼ਮੀਨ ਦੇ ਉੱਪਰੋਂ ਮਿੱਟੀ ਚੁੱਕ ਲਵੇ, ਹੱਥ ਵਿੱਚ ਰੱਖ ਲਵੇ ਮਿੱਟੀ ਚੁੱਕ ਕੇ, ਉਹ ਜਿਹੜੀ ਹੱਥ ਵਿੱਚ ਮਿੱਟੀ ਚੁੱਕੀ ਹੈ ਨਾ, ਉਹ ਵੀ ਜ਼ਮੀਨ ਦਾ ਹੀ ਹਿੱਸਾ ਹੈ, ਜ਼ਮੀਨ ਦਾ ਹਿੱਸਾ ਹੈ ਉਹ ਮਿੱਟੀ। ਫਰਕ ਇਤਨਾ ਪੈ ਗਿਆ ਕਿ ਅਸੀਂ ਉਸ ਮਿੱਟੀ ਵਿੱਚੋਂ ਇੱਕ ਬੁੱਕ ਭਰ ਕੇ ਮਿੱਟੀ ਉੱਪਰ ਚੁੱਕ ਲਈ ਹੈ। ਇਸ ਲਈ ਉਹ ਜਿਹੜੀ ਮਿੱਟੀ ਹੈ ਨਾ, ਜ਼ਮੀਨ ਨਾਲੋਂ ਥੋੜ੍ਹੀ ਵੱਖਰੀ ਹੋ ਗਈ। ਤੇ ਜਦੋਂ ਆਪਾਂ ਉਹਨੂੰ ਛੱਡ ਦੇਵਾਂਗੇ, ਮਿੱਟੀ ਨੂੰ ਹੱਥੋਂ ਛੱਡ ਦੇਵਾਂਗੇ, ਉਹ ਫਿਰ ਜਾ ਕੇ ਮਿੱਟੀ ਦੇ ਵਿੱਚ, ਜ਼ਮੀਨ ਦੇ ਵਿੱਚ ਹੀ ਰਲ ਜਾਂਦੀ ਹੈ ਦੋਵੇਂ ਇੱਕੋ ਹੀ ਸਰੂਪ। ਜਿਹੜੀ ਬੁੱਕ ਵਿੱਚ ਮਿੱਟੀ ਪਈ ਹੈ ਉਹ ਜ਼ਮੀਨ ਦਾ ਹੀ ਹਿੱਸਾ ਹੈ, ਤੇ ਇੰਨਾ ਫਰਕ ਪੈ ਗਿਆ ਦੂਜੇ ਦੇ ਹੱਥਾਂ ਵਿੱਚ ਆ ਗਈ ਹੈ। ਇਸੇ ਤਰ੍ਹਾਂ ਆਪਾਂ ਵੀ ਉਸ ਸਤ ਚਿੱਤ ਆਨੰਦ ਵਾਹਿਗੁਰੂ ਪਰਮੇਸ਼ਰ ਦਾ ਹਿੱਸਾ, ਤੇ ਅਸੀਂ ਮਾਇਆ ਦੇ ਹੱਥਾਂ ਵਿੱਚ ਆ ਗਏ ਹਾਂ। ਮਾਇਆ ਨੇ ਸਾਨੂੰ ਜਕੜ ਲਿਆ ਏ, ਇਸ ਕਰਕੇ ਮਾਇਆ ਸਾਨੂੰ ਛੱਡਦੀ ਨਹੀਂ ਪਈ।
ਜਿਸ ਦਿਨ ਮਾਇਆ ਦੇ ਪੰਜੇ ਵਿੱਚੋਂ ਆਪਾਂ ਨਿਕਲ ਜਾਵਾਂਗੇ, ਅਸੀਂ ਫਿਰ ਜਾ ਕੇ ਉਹਦੇ ਵਿੱਚ ਹੀ ਰਲ ਜਾਵਾਂਗੇ। ਉਹਦੇ ਵਿੱਚ ਜਿਸ ਤਰ੍ਹਾਂ ਮਿੱਟੀ ਨੂੰ ਛੱਡ ਦਈਏ ਤੇ ਮਿੱਟੀ ਫਿਰ ਜ਼ਮੀਨ ਤੇ ਡਿੱਗਦੀ ਹੈ, ਉਹਦੇ ਵਿੱਚ ਹੀ ਰਲ ਜਾਂਦੀ ਹੈ। ਜਿਸ ਤਰ੍ਹਾਂ ਨਦੀਆਂ ਦਾ, ਨਾਲਿਆਂ ਦਾ, ਟੋਭਿਆਂ ਦਾ ਪਾਣੀ ਸਮੁੰਦਰ ਵਿੱਚ ਜਾ ਕੇ ਰਲ ਜਾਂਦਾ ਹੈ, ਫਿਰ ਆਪਾਂ ਕਹਿ ਸਕਦੇ ਹਾਂ ਇਹ ਪਾਣੀ ਤੇ ਭਈ ਦਰਿਆਵਾਂ ਦਾ ਏ, ਇਹ ਤੇ ਟੋਭੇ ਦਾ ਏ, ਇਹ ਤੇ ਨਾਲੀਆਂ ਦਾ ਪਾਣੀ। ਇਹ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਉਹ ਤੇ ਸਮੁੰਦਰ ਦੇ ਵਿੱਚ ਰਲ ਕੇ ਸਮੁੰਦਰ ਹੀ ਸਰੂਪ ਹੋ ਗਈਆਂ ਹਨ ਸਾਰੀਆਂ ਨਦੀਆਂ। ਇਸੇ ਤਰ੍ਹਾਂ ਅਸੀਂ ਪਰਮੇਸ਼ਰ ਦੇ ਘਰ ਵਿੱਚੋਂ ਆਏ। ਜਦੋਂ ਦਰਿਆਵਾਂ ਦੇ ਵਿੱਚੋਂ ਪਾਣੀ ਆਉਂਦਾ ਹੈ ਨਾ, ਤੇ ਛੱਲ ਵੱਜਦੀ ਹੈ। ਜਦੋਂ ਛੱਲ ਵੱਜਦੀ ਹੈ ਤੇ ਛੱਲ ਵੱਜਣ ਦੇ ਨਾਲ ਸਮੁੰਦਰ ਵਿੱਚੋਂ, ਦਰਿਆਵਾਂ ਵਿੱਚੋਂ, ਨਦੀਆਂ ਵਿੱਚੋਂ ਥੋੜ੍ਹਾ ਜਿਹਾ ਪਾਣੀ ਵੱਖਰਾ ਹੋ ਜਾਂਦਾ ਹੈ। ਪਾਣੀ ਵੱਖਰਾ ਤੇ ਹੋ ਗਿਆ, ਉਹ ਛੋਟੇ ਛੋਟੇ ਟੋਇਆਂ ਦੇ ਵਿੱਚ ਪਾਣੀ ਪਿਆ ਰਹਿੰਦਾ ਹੈ, ਫਿਰ ਉੱਥੇ ਸੜਦਾ ਹੈ ਪਾਣੀ, ਉਹਦੇ ਤੇ ਝੱਗ ਆ ਜਾਂਦੀ ਹੈ, ਸੜਦਾ ਹੈ, ਉਹਦੇ ਵਿੱਚ ਬਦਬੂ ਆਉਂਦੀ ਹੈ ਉਹਦੇ ਵਿੱਚ। ਇਸੇ ਤਰ੍ਹਾਂ ਸਾਡੇ ਨਾਲ ਵੀ ਇਸੇ ਤਰ੍ਹਾਂ ਹੋਇਆ। ਅਸੀਂ ਪਰਮੇਸ਼ਰ ਨਾਲੋਂ ਵੱਖਰੇ ਹੋ ਗਏ, ਉਹਦੇ ਨਾਲੋਂ ਵੱਖਰੇ ਹੋ ਗਏ। ਜਦੋਂ ਅਸੀਂ ਉਹਦੇ ਨਾਲੋਂ ਵੱਖਰੇ ਹੋ ਗਏ ਆ ਨਾ, ਕਈ ਅਨੰਤ ਜਨਮਾਂ ਤੋਂ ਸਾਡੇ ਵਿੱਚੋਂ ਵੀ ਬਦਬੂ ਆ ਰਹੀ ਹੈ, ਦੁੱਖਾਂ ਦੀ, ਰੋਗਾਂ ਦੀ, ਬਿਮਾਰੀਆਂ ਦੀ। ਸਾਡੇ ਮਨ ਅੰਤਿਸ਼ਕਰਨ ਦੇ ਵਿੱਚ ਵੀ ਗੰਦਗੀ ਭਰ ਗਈ, ਗੰਦਗੀ ਭਰ ਗਈ। ਤੇ ਜਦੋਂ ਅਸੀਂ ਮੁੜ ਉਹਦੇ ਵਿੱਚ ਜਾ ਕੇ ਰਲ ਜਾਵਾਂਗੇ ਨਾ, ਤੇ ਫਿਰ ਇਹ ਗੰਦਗੀ, ਬਦਬੂ, ਜਾਲਾ ਸਾਡੇ ਵਿੱਚ ਰਵੇਗਾ ਨਹੀਂ ਰਵੇਗਾ। ਇਸ ਲਈ ਗੁਰਦੇਵ ਸਾਨੂੰ ਬਾਣੀ ਵਿੱਚ ਆਖਦੇ ਹਨ, ਸਾਰੇ ਉਸ ਆਨੰਦ ਨੂੰ ਪਾਉਣਾ ਤੇ ਚਾਹੁੰਦੇ ਹਨ, ਪਰ ਗਿਆਨ ਨਹੀਂ ਹੈ, ਪਰ ਇਹਨਾਂ ਨੂੰ ਇਲਮ ਨਹੀਂ ਹੈ ਕਿ ਮੈਂ ਜਿਸ ਚੀਜ਼ ਨੂੰ ਲੱਭਦਾ ਫਿਰਦਾ, ਜਿਸ ਸੁੱਖ ਨੂੰ ਮੈਂ ਭਾਲਦਾ, ਜਿਸ ਆਨੰਦ ਦੀ ਮੈਂ ਖੋਜ ਕਰਦਾ, ਉਹ ਆਨੰਦ ਹੈ ਕੀ ਭਾਈ? ਉਹ ਆਨੰਦ ਹੈ ਇੱਕ ਓਅੰਕਾਰ। ਤੁਸੀਂ ਉਹਦੇ ਵਿੱਚੋਂ ਨਿਕਲਿਓ ਤੇ ਤੁਸੀਂ ਕਿਸੇ ਨਾ ਕਿਸੇ ਬਹਾਨੇ ਨਾਲ ਉਹਦੀ ਖੋਜ ਕਰਦੇ ਹੋ, ਉਹਨੂੰ ਪਾਉਣਾ ਚਾਹੁੰਦੇ ਹੋ।